ਅੱਜ ਆਪਾਂ ਨਿਊ ਟੌਪਿਕ ਸਟਾਰਟ ਕਰਨ ਲੱਗੇ ਹਾਂ ਪੀਰੀਓਡਿਕ ਮੋਸ਼ਨ। ਪੀਰੀਓਡਿਕ ਮੋਸ਼ਨ ਦੇਖੋ ਕੀ ਹੁੰਦਾ ਹੈ। ਵੈਨ ਅ ਮੋਸ਼ਨ ਰਿਪੀਟ ਇਟਸੈਲਫ ਅਗੇਨ ਐਂਡ ਅਗੇਨ ਆਫਟਰ ਫਿਕਸਡ ਇੰਟਰਵਲਸ ਆਫ ਟਾਈਮ। ਉੱਦਾਂ ਦਾ ਮੋਸ਼ਨ ਜਿਹੜਾ ਫਿਕਸ ਇੰਟਰਵਲਸ ਆਫ ਟਾਈਮ ਤੋਂ ਬਾਅਦ ਅਗੇਨ ਐਂਡ ਅਗੇਨ ਚੇਂਜ ਹੋਈ ਜਾਵੇ। ਫੋਰ ਐਗਜ਼ਾਮਪਲ ਜਿਵੇਂ ਇੱਕ ਪਲੈਨਟਸ ਹੈ, ਜਿਵੇਂ ਤੇ ਸਨ ਹੈ, ਸਨ ਦੇ ਅਰਾਊਂਡਸ ਪਲੈਨਟਸ ਮੂਵ ਕਰਦੇ ਆ, ਠੀਕ ਹੈ। ਤਾਂ ਉਹ ਫਿਕਸ ਇੰਟਰਵਲਸ ਆਫ ਟਾਈਮ ਤੋਂ ਬਾਅਦ ਫਿਰ ਉਸੇ ਪੋਜੀਸ਼ਨ 'ਤੇ ਆ ਜਾਂਦੇ ਆ, ਫਿਰ ਉਸੇ ਪੋਜੀਸ਼ਨ 'ਤੇ ਆ ਜਾਂਦੇ ਆ। ਤਾਂ ਉੱਦਾਂ ਦਾ ਆਬਜੈਕਟ ਜਿਹੜਾ ਉਹਦਾ ਮੋਸ਼ਨ ਅਗੇਨ ਐਂਡ ਅਗੇਨ ਆਫਟਰ ਫਿਕਸ ਇੰਟਰਵਲਸ ਆਫ ਟਾਈਮ ਤੋਂ ਬਾਅਦ ਚੇਂਜ ਕਰੀ ਜਾਵੇ, ਉਹਨੂੰ ਆਪਾਂ ਕਿਹੜਾ ਕਹਿੰਦੇ ਆ, ਪੀਰੀਓਡਿਕ ਮੋਸ਼ਨ, ਠੀਕ ਹੈ। ਫੋਰ ਐਗਜ਼ਾਮਪਲ ਦੇਖੋ ਜਿਵੇਂ ਵਾਲਾ ਹੈ, ਮੂਨ ਹੈ, ਅਰਥ ਦੇ ਅਰਾਊਂਡ ਰੋਟੇਟ ਕਰੀ ਜਾਂਦਾ ਹੈ, ਮੂਨ ਅਰਥ ਦੇ ਅਰਾਊਂਡ ਰੋਟੇਟ ਕਰੀ ਜਾਂਦਾ ਹੈ। ਅਤੇ ਇਹ ਜਿਹੜਾ ਮੋਸ਼ਨ ਹੈ ਆਫਟਰ ਫਿਕਸਡ ਰੈਗੂਲਰ ਇੰਟਰਵਲਸ ਆਫ ਟਾਈਮ ਤੋਂ ਬਾਅਦ ਅਗੇਨ ਉੱਥੇ ਹੀ ਆ ਜਾਣਾ, ਫਿਰ ਉੱਥੇ ਚੱਲ ਜਾਣਾ ਵਾਪਸ, ਠੀਕ ਹੈ। ਤਾਂ ਇਹ ਵਾਲਾ ਮੋਸ਼ਨ ਕਿਹੜਾ ਆਪਣੇ ਕੋਲ, ਪੀਰੀਓਡਿਕ ਮੋਸ਼ਨ। ਸੈਕਿੰਡ ਐਗਜ਼ਾਮਪਲ ਜਿਵੇਂ ਹੈਂਡਸ ਆਫ ਅ ਕਲੋਕ, ਹੈਂਡਸ ਆਫ ਅ ਕਲੋਕ ਵੀ ਆਫਟਰ ਫਿਕਸਡ ਰੈਗੂਲਰ ਇੰਟਰਵਲਸ ਆਫ ਟਾਈਮ ਤੋਂ ਬਾਅਦ ਉੱਥੇ ਹੀ ਆ ਜਾਂਦੇ ਆ, ਠੀਕ ਹੈ। ਉਹਨੂੰ ਆਪਾਂ ਕਿਹੜਾ ਕਹਾਂਗੇ, ਪੀਰੀਓਡਿਕ ਮੋਸ਼ਨ। ਨੈਕਸਟ ਜਿਵੇਂ ਹਾਰਟ ਬੀਟ, ਹਾਰਟ ਬੀਟ ਵੀ ਦੇਖੋ ਇਹ ਫਿਕਸਡ ਇੰਟਰਵਲਸ ਆਫ ਟਾਈਮ ਤੋਂ ਬਾਅਦ ਸੇਮ ਉੱਦਾਂ ਹੀ ਬਣ ਰਹੀ ਹੈ, ਤਾਂ ਉਹਨੂੰ ਆਪਾਂ ਕਿਹੜਾ ਕਹਾਂਗੇ, ਪੀਰੀਓਡਿਕ ਮੋਸ਼ਨ। ਨੈਕਸਟ ਆ ਗਿਆ ਆਪਣੇ ਕੋਲ ਨਿਊ ਟਾਈਪ ਆਫ ਮੋਸ਼ਨ, ਦੈਟ ਇਜ਼ ਨਾਨ ਪੀਰੀਓਡਿਕ ਮੋਸ਼ਨ। ਨਾਨ ਪੀਰੀਓਡਿਕ ਮੋਸ਼ਨ ਜਿਹੜਾ ਕੋਈ ਮੋਸ਼ਨ ਫਿਕਸ ਰੈਗੂਲਰ ਇੰਟਰਵਲਸ ਆਫ ਟਾਈਮ ਤੋਂ ਬਾਅਦ ਰਿਪੀਟ ਨਾ ਹੋਵੇ, ਮਤਲਬ ਰਿਪੀਟ ਤਾਂ ਹੋ ਰਿਹਾ ਬਟ ਫਿਕਸਡ ਰੈਗੂਲਰ ਇੰਟਰਵਲਸ ਤੋਂ ਬਾਅਦ ਨਹੀਂ ਰਿਪੀਟ ਹੋ ਰਿਹਾ। ਦੇਖੋ ਜਿਵੇਂ ਫਸਟ ਐਗਜ਼ਾਮਪਲ ਹੈ ਕਿ ਅ ਮੈਨ, ਇਹ ਵਾਲਾ ਜੋ ਮੈਨ ਹੈ ਇਸ ਡੌਗ ਨੂੰ ਪਾਰਕ ਵਿੱਚ ਲੈ ਕੇ ਆਇਆ। ਇਹ ਹਾਂ ਡੌਗ ਵੀ ਚੱਲ ਰਿਹਾ, ਮੈਨ ਵੀ ਚੱਲ ਰਿਹਾ, ਬਟ ਇਹ ਫਿਕਸਡ ਟਾਈਮ ਬਾਅਦ ਤਾਂ ਨਹੀਂ ਲੈ ਕੇ ਆਉਂਦਾ। ਹਾਂ ਅੱਜ ਲੈ ਕੇ ਆਇਆ, ਹਫ਼ਤੇ ਬਾਅਦ ਫੇਰ ਲੈ ਆਊਗਾ, 10 ਦਿਨ ਬਾਅਦ ਫੇਰ ਲੈ ਆਊਗਾ, ਬਟ ਕੀ ਹੈ ਫਿਕਸ ਰੈਗੂਲਰ ਇੰਟਰਵਲਸ ਆਫ ਟਾਈਮ ਤੋਂ ਬਾਅਦ ਨਹੀਂ ਲੈ ਕੇ ਆਉਂਦਾ। ਤਾਂ ਇਹ ਮੋਸ਼ਨ ਕਿਹੜਾ ਆ ਜਾਊਗਾ, ਨਾਨ ਪੀਰੀਓਡਿਕ ਮੋਸ਼ਨ। ਨੈਕਸਟ ਆ ਗਿਆ ਜਿਵੇਂ ਮੂਵਮੈਂਟ ਆਫ ਕਾਰ, ਵੀ ਕਾਰ ਅੱਜ ਇਸ ਰੋਡ ਤੋਂ ਜਾ ਰਹੀ ਹੈ, ਮੰਨ ਲਓ ਕੱਲ੍ਹ ਵੀ ਜਾਊ, ਪਰਸੋਂ ਵੀ ਜਾਊ, ਬਟ 3-4 ਦਿਨਾਂ ਬਾਅਦ ਨਹੀਂ ਜਾਊਗੀ, ਚੌਥੇ ਪੰਜਵੇਂ ਫੇਰ ਚੱਲ ਜਾਊਗੀ, ਠੀਕ ਹੈ। ਤਾਂ ਜਿਹੜਾ ਮੋਸ਼ਨ ਫਿਕਸ ਰੈਗੂਲਰ ਇੰਟਰਵਲਸ ਆਫ ਟਾਈਮ ਤੋਂ ਬਾਅਦ ਰਿਪੀਟ ਨਾ ਹੋਵੇ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਨਾਨ ਪੀਰੀਓਡਿਕ ਮੋਸ਼ਨ। ਜਿਵੇਂ ਆਰਮਸ ਆਫ ਦਾ ਬॉय, ਜਿਹੜੀਆਂ ਇਹਦੀਆਂ ਆਰਮਸ ਹੈ, ਆਰਮਸ ਹੋਣੀ ਇੱਦਾਂ ਰੋਟੇਟ ਕਰ ਰਿਹਾ, ਠੀਕ ਹੈ, ਕੁਛ ਟਾਈਮ ਬਾਅਦ ਕਿਸੇ ਹੋਰ ਤਰੀਕੇ ਨਾਲ ਰੋਟੇਟ ਕਰੂਗਾ, ਮਤਲਬ ਫਿਕਸ ਰੈਗੂਲਰ ਇੰਟਰਵਲਸ ਆਫ ਟਾਈਮ ਤੋਂ ਬਾਅਦ ਨਹੀਂ ਚੇਂਜ ਕਰ ਰਿਹਾ, ਤਾਂ ਉਹਨੂੰ ਆਪਾਂ ਕੀ ਕਹਾਂਗੇ, ਨਾਨ ਪੀਰੀਓਡਿਕ ਮੋਸ਼ਨ। ਨੈਕਸਟ ਆ ਗਿਆ ਆਪਣੇ ਕੋਲ ਯੂਨੀਫਾਰਮ ਮੋਸ਼ਨ। ਯੂਨੀਫਾਰਮ ਮੋਸ਼ਨ ਕੀ ਹੁੰਦਾ, ਦੇਖੋ ਯੂਨੀਫਾਰਮ ਮੋਸ਼ਨ ਹੁੰਦਾ ਹੈ motion of a moving object is said to be uniform if it cover equal distance in equal intervals of time। ਮੰਨ ਲਓ ਇੱਥੇ ਕੋਈ ਵੀ ਕਾਰ ਹੈ, ਇਹ ਕਾਰ ਨੇ ਮੂਵ ਕਰਨਾ ਸ਼ੁਰੂ ਕੀਤਾ, ਇਹ ਕਾਰ ਸਭ ਤੋਂ ਪਹਿਲਾਂ ਕੀ ਹੈ 5 ਮੀਟਰ ਮੂਵ ਕੀਤੀ 5 ਮਿੰਟ ਵਿੱਚ, ਫੋਰ ਐਗਜ਼ਾਮਪਲ 5 ਮੀਟਰ ਮੂਵ ਕੀਤੀ 5 ਮਿੰਟ 'ਚ, ਅੱਗੋਂ ਫਿਰ 5 ਮੀਟਰ ਮੂਵ ਕੀਤੀ ਫਿਰ 5 ਮਿੰਟ ਵਿੱਚ, ਮਤਲਬ ਟੋਟਲ ਕਿੰਨਾ ਉਹ 10 ਮੀਟਰ ਮੂਵ ਕੀਤੀ 10 ਮਿੰਟ 'ਚ, ਠੀਕ ਹੈ। ਅੱਗੋਂ ਫਿਰ ਇਹ ਪੁਆਇੰਟ ਸੀ ਤੋਂ, ਮੰਨ ਲਓ ਇਹ ਪੁਆਇੰਟ ਹੈ, ਬੀ ਪੁਆਇੰਟ ਹੈ, ਅੱਗੋਂ ਫਿਰ ਪੁਆਇੰਟ ਬੀ ਤੋਂ ਇਹ 5 ਮਿੰਟ ਵਿੱਚ 5 ਮੀਟਰ ਹੀ ਮੂਵ ਕੀਤੀ, ਮਤਲਬ ਕੀ ਹੈ ਉਹਨੇ ਇਕੁਅਲ ਡਿਸਟੈਂਸ ਮੂਵ ਕੀਤਾ ਇਕੁਅਲ ਇੰਟਰਵਲਸ ਆਫ ਟਾਈਮ ਦੇ ਵਿੱਚ, ਤਾਂ ਉਹਨੂੰ ਆਪਾਂ ਕਿਹੜਾ ਕਹਾਂਗੇ, ਯੂਨੀਫਾਰਮ ਮੋਸ਼ਨ, ਠੀਕ ਹੈ। ਐਗਜ਼ਾਮਪਲ ਦੇਖ ਲਓ ਜਿਵੇਂ ਕਾਰ ਮੂਵ ਕਰ ਰਹੀ ਹੈ, ਇਹ ਕਾਰ ਜਦੋਂ ਸਟ੍ਰੇਟ ਲਾਈਨ ਵਿੱਚ ਮੂਵ ਕਰ ਰਹੀ ਹੈ ਤਾਂ ਯੂਨੀਫਾਰਮ ਮੋਸ਼ਨ ਸ਼ੋ ਕਰ ਰਹੀ ਹੈ। ਸੈਕਿੰਡ ਐਗਜ਼ਾਮਪਲ ਜਿਵੇਂ ਮੈਂ ਦਿੱਤੀ ਤੁਹਾਨੂੰ ਆਲਰੇਡੀ, ਕਿ ਮੰਨ ਲਓ 0 ਤੋਂ 4 ਮੀਟਰ ਦੇ ਵਿੱਚ ਉਹ 2 ਸੈਕਿੰਡ 'ਚ ਪਹੁੰਚੀ, ਫਿਰ 4 ਤੋਂ 8 ਮੀਟਰ 'ਚ, 4 ਤੋਂ 8 ਮੀਟਰ ਐਕਚੁਅਲੀ ਕੀਤੀ ਤਾਂ 4 ਮੀਟਰ ਹੀ ਮੂਵ, 8 - 4 4, ਇਹ ਵੀ 2 ਸੈਕਿੰਡ 'ਚ ਕੀਤੀ, ਫਿਰ 8 ਤੋਂ 12 ਮੀਟਰ ਤੱਕ ਵੀ 2 ਸੈਕਿੰਡ 'ਚ ਮੂਵ ਕੀਤੀ। ਤਾਂ ਜਦੋਂ ਸੇਮ ਇੰਟਰਵਲਸ ਮਤਲਬ ਸੇਮ ਡਿਸਟੈਂਸ ਇਕੁਅਲ ਇੰਟਰਵਲ ਆਫ ਟਾਈਮ 'ਚ ਚੇਂਜ ਹੋਵੇ, ਤਾਂ ਉਹਨੂੰ ਆਪਾਂ ਕਿਹੜਾ ਕਹਿਣਾ, ਯੂਨੀਫਾਰਮ ਮੋਸ਼ਨ। ਨੈਕਸਟ ਆ ਗਿਆ ਨਾਨ ਯੂਨੀਫਾਰਮ ਮੋਸ਼ਨ। ਨਾਨ ਯੂਨੀਫਾਰਮ ਮੋਸ਼ਨ ਕੀ ਹੁੰਦਾ ਹੈ, ਜਦੋਂ ਕੋਈ ਵੀ ਇੱਕ ਆਬਜੈਕਟ ਅਨਇਕੁਅਲ ਡਿਸਟੈਂਸ ਮੂਵ ਕਰਦਾ ਹੈ ਇਨ ਇਕੁਅਲ ਇੰਟਰਵਲਸ ਆਫ ਟਾਈਮ। ਫੋਰ ਐਗਜ਼ਾਮਪਲ ਸੇਮ ਇੱਥੇ ਇੱਕ ਕਾਰ ਹੈ, ਕਾਰ ਨੇ ਕੀ ਹੈ ਪਹਿਲੇ 5 ਮਿੰਟ ਵਿੱਚ ਮੰਨ ਲਓ ਉਹੀ 5 ਮੀਟਰ ਮੂਵ ਕੀਤਾ, ਠੀਕ ਹੈ, ਏ ਪੁਆਇੰਟ ਤੱਕ। ਹੁਣ ਉਹ ਏ ਤੋਂ ਬੀ ਫਿਰ ਉਹਨੇ ਕੀ ਹੈ 5 ਮਿੰਟ ਹੀ ਮੂਵ ਕੀਤਾ, ਬਟ ਉਹਨੇ ਨਾ ਉਹ ਹੁਣ 6 ਮੀਟਰ ਮੂਵ ਕਰ ਲਿਆ, ਟ੍ਰੈਫਿਕ ਘੱਟ ਹੋਊਗਾ ਸ਼ਾਇਦ, ਠੀਕ ਹੈ। ਤਾਂ ਨੈਕਸਟ ਕੀ ਹੈ, ਉਹਨੇ ਸੇਮ 5 ਮਿੰਟ ਦੇ ਵਿੱਚ ਉਹਨੇ ਮੰਨ ਲਓ 4 ਮੀਟਰ ਹੀ ਹੁਣ ਕਵਰ ਕੀਤਾ, ਵੀ ਸੇਮ ਇੰਟਰਵਲਸ ਆਫ ਟਾਈਮ ਦੇ ਵਿੱਚ
ਅਨਈਕੁਅਲ ਡਿਸਟੈਂਸ ਮੂਵ ਕੀਤਾ ਤਾਂ ਉਹਨੂੰ ਆਪਾਂ ਕੀ ਕਹਾਂਗੇ, ਨਾਨ ਯੂਨੀਫਾਰਮ ਮੋਸ਼ਨ। ਮੰਨ ਲਓ ਉਹਦੇ ਵਿੱਚ ਕੋਈ ਨਾ ਕੋਈ ਟ੍ਰੈਫਿਕ ਆ ਗਿਆ, ਟ੍ਰੈਫਿਕ ਦੀ ਸਪੀਡ ਸਲੋ ਤੇਜ਼ ਹੋ ਗਈ ਤਾਂ ਉਹਦੇ ਕਰਕੇ ਨਾਨ ਯੂਨੀਫਾਰਮ। ਜੇ ਵਿਦਾਊਟ ਟ੍ਰੈਫਿਕ ਕੋਈ ਚੀਜ਼ ਵਧੀਆ ਮੂਵ ਕਰ ਰਹੀ ਹੈ ਤਾਂ ਯੂਨੀਫਾਰਮ ਮੋਸ਼ਨ। ਠੀਕ ਹੈ, ਜਿਵੇਂ ਦੇਖੋ ਟ੍ਰੈਫਿਕ ਕਰਕੇ ਉਹਨੂੰ ਰੁਕਣਾ ਪਿਆ, ਕਾਰ ਨੂੰ ਟ੍ਰੈਫਿਕ ਕਰਕੇ ਰੁਕਣਾ ਪਿਆ ਮੀਨਸ ਕਿ ਉਹਨੂੰ ਆਪਦਾ ਮੋਸ਼ਨ ਸਲੋ ਕਰਨਾ ਪਿਆ ਅਤੇ ਅਨਈਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲਸ ਆਫ ਟਾਈਮ ਵਿੱਚ ਉਹਨੇ ਕੰਪਲੀਟ ਕੀਤਾ। ਨੈਕਸਟ ਆਪਣੇ ਕੋਲ ਨਿਊ ਟੋਪਿਕ ਆ ਗਿਆ ਡਿਸਟੈਂਸ ਔਰ ਪਾਥ ਲੈਂਥ। ਡਿਸਟੈਂਸ ਕੀ ਹੁੰਦਾ, ਦੇਖੋ ਦਾ ਐਕਚੁਅਲ ਲੈਂਥ ਕਵਰਡ ਬਾਈ ਅ ਮੂਵਿੰਗ ਆਬਜੈਕਟ। ਮੰਨ ਲਓ ਆਪਣੇ ਕੋਲ ਕੋਈ ਵੀ ਇੱਕ ਪਾਥ ਹੈ, A ਤੋਂ ਲੈ ਕੇ ਪਹਿਲਾਂ B ਤੱਕ ਜਾਣਾ, ਫਿਰ B ਤੋਂ C, ਫਿਰ C ਤੋਂ D, ਇੱਥੋਂ A ਤੋਂ B, B ਤੋਂ C ਅਤੇ C ਤੋਂ D ਜਾਣਾ ਉਹਨੇ। ਠੀਕ ਹੈ, ਤਾਂ ਇਹਦੇ ਵਿੱਚ ਜਦੋਂ ਪੂਰਾ ਮੂਵ ਕਰਨਾ ਹੈ, ਮੂਵ ਕਰਨ ਲਈ ਕੀ ਹੋਊਗਾ ਕਿ ਐਕਚੁਅਲ ਲੈਂਥ ਉਹਨੇ ਕਿੰਨੀ ਕਵਰ ਕੀਤੀ। ਪਹਿਲਾਂ A ਤੋਂ B ਗਿਆ ਮੰਨ ਲਓ 5 ਮੀਟਰ ਗਿਆ, ਫਿਰ B ਤੋਂ C ਉਹ ਮੰਨ ਲਓ 2 ਮੀਟਰ ਗਿਆ, ਫਿਰ C ਤੋਂ D ਮੰਨ ਲਓ 3 ਮੀਟਰ, ਫਿਰ D ਤੋਂ A ਮੰਨ ਲਓ ਕੀ ਹੈ 1 ਮੀਟਰ ਗਿਆ। ਤਾਂ ਐਕਚੁਅਲ ਪਾਥ ਉਹਨੇ ਕਿੰਨਾ ਕਵਰ ਕੀਤਾ, 5 + 2 + 3 + 1। ਠੀਕ ਹੈ, ਟੋਟਲ ਉਹਨੇ ਪਾਥ ਕਵਰ ਕਿੰਨਾ ਕੀਤਾ, 5 6 7 8 9 10 11। ਟੋਟਲ ਪਾਥ ਕਵਰ ਕੀਤਾ ਉਹਨੇ 11 ਮੀਟਰ। ਤਾਂ ਜਿਹੜਾ ਟੋਟਲ ਐਕਚੁਅਲ ਪਾਥ ਕਵਰ ਕੀਤਾ ਕਿਸੇ ਬਾਡੀ ਨੇ ਉਹ ਹੁੰਦਾ ਉਹਦਾ ਡਿਸਟੈਂਸ ਟਰੈਵਲਡ। ਠੀਕ ਹੈ, ਇੱਕ ਆਪਣੇ ਕੋਲ ਹੋਰ ਚੀਜ਼ ਹੁੰਦੀ ਹੈ ਨਾਲ ਹੀ ਡਿਸਟੈਂਸ ਦੇ, ਉਹ ਹੁੰਦੀ ਹੈ ਡਿਸਪਲੇਸਮੈਂਟ ਵੀ ਨਾਲ ਹੀ ਸਮਝ ਲਓ। ਡਿਸਪਲੇਸਮੈਂਟ ਜਿਵੇਂ ਤੁਹਾਨੂੰ ਮੈਂ ਐਗਜ਼ਾਮਪਲ ਦਿੱਤੀ ਆ ਵਾਲੀ ਟੋਟਲ ਪਾਥ ਕਵਰ ਵਾਲੀ A ਤੋਂ D ਵਾਲੀ, ਇਹਦੇ ਵਿੱਚ ਦੇਖੋ A ਤੋਂ ਲੈ ਕੇ ਉਹਨੇ ਮੰਨ ਲਓ A ਤੋਂ ਪਹਿਲਾਂ B ਤੋਂ C ਫਿਰ D। ਹੁਣ ਦੋ ਕੇਸ ਹੈ, ਜਾਂ ਤਾਂ ਇੱਕ ਬॉय ਹੈ ਜਿਹੜਾ ਮੰਨ ਲਓ ਇੱਥੇ ਇੱਕ ਬॉय ਹੈ ਉਹ A ਤੋਂ B ਜਾਵੇ, B ਤੋਂ C ਜਾਵੇ, C ਤੋਂ D ਜਾਵੇ ਜਦੋਂ ਉਹਨੇ A ਤੋਂ D ਤੱਕ ਮੂਵ ਕਰਨਾ ਹੈ। ਫਸਟ ਕੇਸ ਤਾਂ ਇਹ ਹੈ ਜੋ ਡਿਸਟੈਂਸ ਕਵਰ ਕਰੇ। ਦੂਜਾ ਕੇਸ ਕੀ ਉਹ ਸ਼ਾਰਟਕਟ ਮਾਰੇ, ਸਿੱਧਾ ਉਹ A ਤੋਂ D ਵਿੱਚ ਆ ਜੇ। ਠੀਕ ਹੈ, ਸਿੱਧਾ ਕੋਈ ਸ਼ਾਰਟਕਟ ਹੋਊਗਾ ਉਹ ਸਿੱਧਾ A ਤੋਂ D ਵਿੱਚ ਆ ਜੇ। ਠੀਕ ਹੈ, ਤਾਂ ਜਿਹੜਾ ਵੀ ਸ਼ਾਰਟੈਸਟ ਪਾਥ ਹੈ ਜਿਹੜਾ ਕਵਰਡ ਬਾਈ ਐਨੀ ਆਬਜੈਕਟ। ਠੀਕ ਹੈ, ਇਹ ਸ਼ਾਰਟੈਸਟ ਪਾਥ ਨੂੰ ਆਪਾਂ ਕਹਿੰਦੇ ਆ ਡਿਸਪਲੇਸਮੈਂਟ, ਅਤੇ ਜਿਹੜਾ ਐਕਚੁਅਲ ਪਾਥ ਕਵਰ ਕੀਤਾ ਉਹ ਹੁੰਦਾ ਹੈ ਡਿਸਟੈਂਸ। ਸਮਝ ਲੱਗੀ? ਤਾਂ ਇਹਨਾਂ ਦੀ SI ਯੂਨਿਟ ਕੀ ਹੁੰਦੀ ਹੈ, ਡਿਸਟੈਂਸ ਅਤੇ ਡਿਸਪਲੇਸਮੈਂਟ ਦੋਨਾਂ ਦੀ SI ਯੂਨਿਟ ਹੁੰਦੀ ਹੈ ਮੀਟਰ। ਠੀਕ ਹੈ, ਡਿਸਟੈਂਸ ਕੀ ਹੁੰਦਾ ਟੋਟਲ ਪਾਥ ਅਤੇ ਡਿਸਪਲੇਸਮੈਂਟ ਕੀ ਹੁੰਦਾ ਸ਼ਾਰਟੈਸਟ ਪਾਥ ਕਵਰਡ ਬਾਈ ਐਨ ਆਬਜੈਕਟ ਬਾਈ ਐਨੀ ਬੋਡੀ ਦੈਟ ਇਜ਼ ਨੋਨ ਐਜ਼ ਡਿਸਪਲੇਸਮੈਂਟ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਜਿਵੇਂ ਤਰ੍ਹਾਂ ਨੇ ਐਗਜ਼ਾਮਪਲਸ ਲੈ ਕੇ ਦੱਸਿਆ ਹੋਇਆ। ਫਸਟ ਐਗਜ਼ਾਮਪਲ ਤਾਂ ਆਪਾਂ ਆਲਰੇਡੀ ਕਰ ਲਈ ਹੈ ਕਿ ਉਹ ਰੈਕਟੈਂਗੂਲਰ ਪਾਥ ਵਿੱਚ ਉਹਨੇ ਮੂਵ ਕੀਤਾ ਜਿਹਦੀਆਂ ਸਾਈਡਸ ਦਿੱਤੀਆਂ ਹੋਈਆਂ ਇੱਦਾਂ ਹੀ ਪਲੱਸ ਕਰਨੀ ਹੈ। ਠੀਕ ਹੈ, ਇੱਕ ਹੋਰ ਐਗਜ਼ਾਮਪਲ ਹੈ ਜਿਵੇਂ ਫੋਰ ਐਗਜ਼ਾਮਪਲ ਦੇਖੋ ਇੱਕ ਸਰਕਲ ਹੈ ਜਿਹਦਾ ਆਪਾਂ ਨੂੰ ਰੇਡੀਅਸ ਦਿੱਤਾ ਹੋਇਆ 28 ਮੀਟਰ। ਸਰਕਲ ਦਾ ਰੇਡੀਅਸ ਦਿੱਤਾ ਹੋਇਆ 28 ਮੀਟਰ। ਹੁਣ ਇਸ ਬॉय ਨੇ ਪੁਆਇੰਟ A ਤੋਂ ਪੁਆਇੰਟ D ਤੱਕ ਫੁੱਲ ਫਲੈਜ ਮੂਵ ਕਰਨਾ ਹੈ। ਮਤਲਬ ਉਹਨੇ ਸਟਾਰਟ ਕਰਨਾ ਪੁਆਇੰਟ A ਤੋਂ, ਇੱਥੋਂ ਮੂਵ ਕਰਕੇ ਪੁਆਇੰਟ D, ਇੱਥੇ ਮੰਨ ਲਓ ਪੁਆਇੰਟ D ਹੈ, ਆਹ ਨੀਗਾ ਪੁਆਇੰਟ D, ਇੱਥੇ ਹੀ ਪੁਆਇੰਟ D ਹੈ। ਉਹਨੇ ਫੁੱਲ ਸਰਕਲ ਕੰਪਲੀਟ ਕਰਨਾ ਹੈ। ਅਤੇ ਜਦੋਂ ਆਪਾਂ ਕਿਸੇ ਵੀ ਫੁੱਲ ਸਰਕਲ ਕੰਪਲੀਟ ਕਰਨਾ ਹੋਵੇ ਨਾ, ਪੂਰਾ ਪਾਥ ਕਵਰ ਕਰਨਾ ਹੋਵੇ ਸਰਕਲ ਦਾ, ਤਾਂ ਉਹਦੇ ਵਿੱਚ ਆਪਾਂ ਸਰਕਮਫਰੈਂਸ ਆਫ ਸਰਕਲ ਦੇਖਦੇ ਹੁੰਦੇ ਹਾਂ। ਸਰਕਮਫਰੈਂਸ ਆਫ ਸਰਕਲ ਕੀ ਹੁੰਦਾ ਹੈ 2πr। ਤੁਹਾਡੇ ਮੈਥਸ ਵਿੱਚ ਇਹ ਕੰਸੈਪਟ ਆਊਗਾ ਸਰਕਮਫਰੈਂਸ ਆਫ ਸਰਕਲ ਦੈਟ ਇਜ਼ ਟੋਟਲ ਡਿਸਟੈਂਸ ਕਵਰਡ ਇਨ ਅ ਸਰਕਲ ਦੈਟ ਇਜ਼ ਅ ਸਰਕਮਫਰੈਂਸ। ਸੋ 2πr ਇਹਦੇ 'ਚ ਵੈਲਿਊਜ਼ ਪੁੱਟ ਕਰ ਦਿਓ 2। ਪਾਈ ਕੀ ਹੈ, ਪਾਈ ਇੱਕ ਕੌਨਸਟੈਂਟ ਵੈਲਿਊ ਹੁੰਦੀ ਹੈ ਜਿਹਦੀ ਹੁੰਦੀ ਹੈ 22/7। ਇਹ ਕੌਨਸਟੈਂਟ ਵੈਲਿਊ ਨੇ ਇੱਦਾਂ ਹੀ ਯਾਦ ਕਰਨਾ ਹੁੰਦਾ ਹੈ। ਤਾਂ 2 ਉਵੇਂ ਹੀ, ਪਾਈ ਦੀ ਵੈਲਿਊ ਕਿੰਨੀ ਹੈ 22/7 ਅਤੇ ਇੱਥੋਂ ਆਰ ਦੀ ਵੈਲਿਊ ਕਿੰਨੀ ਹੈ 28 ਮੀਟਰ ਆਪਾਂ ਨੂੰ ਆਲਰੇਡੀ ਗਿਵਨ ਹੈ। ਠੀਕ ਹੈ, ਜਦੋਂ ਤੁਸੀਂ ਇਹਨੂੰ ਕਟਿੰਗ ਕਰੋਗੇ 7 4 28 ਤਾਂ ਇਹਨੂੰ ਜਦੋਂ ਮਲਟੀਪਲਾਈ ਕਰੋਗੇ 176 ਮੀਟਰ ਤੁਹਾਡਾ ਆਨਸਰ ਆ ਜਾਊਗਾ। ਠੀਕ ਹੈ, ਕਲੀਅਰ ਹੋ ਗਿਆ ਇਹ ਵਾਲਾ ਵੀ। ਤਾਂ ਬਸ ਇਹਦੇ ਵਿੱਚ ਇੱਦਾਂ ਹੀ ਕਰਨਾ ਹੈ ਕਿ ਟੋਟਲ ਪਾਥ ਕੱਢਣਾ ਹੁੰਦਾ ਕਿ ਜੋ ਵੀ ਚੀਜ਼ ਦਿੱਤੀ ਹੈ, ਭਲਾ ਸਰਕਲ ਹੈ ਭਲਾ ਰੈਕਟੈਂਗਲ ਹੈ, ਜੋ ਵੀ ਚੀਜ਼ ਦਿੱਤੀ ਹੈ ਸਾਰੀਆਂ ਸਾਈਡਸ ਨੂੰ ਪਲੱਸ ਕਰ ਦਿਓ ਅਤੇ ਜੇ ਸਰਕਲ ਦਿੱਤਾ ਤਾਂ ਉਹਦਾ ਸਰਕਮਫਰੈਂਸ ਕੱਢ ਦਿਓ 2πr ਕਰਕੇ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਅਦਰ ਯੂਨਿਟਸ। ਹੁਣ ਆਪਾਂ ਕਿਹੜੀਆਂ ਅਦਰ ਯੂਨਿਟਸ ਹੈ ਯੂਜ਼ ਕਰਦੇ ਹਾਂ ਡਿਸਟੈਂਸ ਜਾਂ ਪਾਥ ਲੈਂਥ ਲਈ। ਡਿਸਟੈਂਸ ਨੂੰ ਪਾਥ ਲੈਂਥ ਵੀ ਕਹਿੰਦੇ ਆ। ਠੀਕ ਹੈ, SI ਯੂਨਿਟ ਦਾ ਆਪਾਂ ਯੂਜ਼ ਕਰਦੇ ਹਾਂ ਮੀਟਰ।
बट अदर यूनिट्स आप की यूज़ कर सकते हैं, सेंटीमीटर यूज़ कर लो, किलोमीटर कर लो, ठीक है। होर अपने को जिवें कई होंदियां मिलीमीटर, बहुत छोटे डिस्टेंस लिए मिलीमीटर, नैनोमीटर। सो ये वाली अदर यूनिट्स है जिहड़े आपां यूज़ करते हैं डिस्टेंस लिए। नैक्सट आ गया अपने को टॉपिक आ देख लो, डिस्टेंस एग्जाम्पल दी हुई है कि एक बॉडी है जिहड़ी उन्हें इत्थों शुरू किया फर्स्ट पॉइंट तो पूरा डिस्टेंस उन्हें ये वाला कवर करना। हुण ये पूरा डिस्टेंस कवर किया उन्हें ये वाला, तो इनू आपां की कहांगे डिस्टेंस और पाथ लेंथ, ठीक है। नैक्सट आ गया वाले क्वेश्चन देख लो, कैलकुलेट द टोटल डिस्टेंस ट्रैवल्ड। हुण ये वाला अपन एक रिक्टेंगल गिवन है, रिक्टेंगुलर गिवन है, मान लो A B C D। ਇਹਦੇ ਵਿੱਚ ਟੋਟਲ ਡਿਸਟੈਂਸ ਟਰੈਵਲ ਕਵਰ ਕਰਨਾ ਵੀ ਉਹਨੇ ਕਿੰਨਾ ਕੀਤਾ ਹੋਊਗਾ। ਰੈਕਟੈਂਗਲ 'ਚ ਆਪਾਂ ਨੂੰ ਪਤਾ ਆਪੋਜ਼ਿਟ ਸਾਈਡਸ ਬਰਾਬਰ ਹੁੰਦੀਆਂ, ਜੇ ਆਹ 40 ਹੈ ਤਾਂ ਓਬਵੀਅਸ ਆ ਵੀ ਕਿੰਨੀ ਹੋਊਗੀ 40 ਮੀਟਰ, ਜੇ ਆਹ 30 ਹੈ ਤਾਂ ਵੀ ਕਿੰਨੀ ਹੋਊਗੀ 30 ਮੀਟਰ। ਇਹਦੇ ਦੋ ਕੇਸ ਹੈ ਰੈਕਟੈਂਗਲ ਦਾ ਡਿਸਟੈਂਸ ਕਵਰ ਕਰਨ ਲਈ, ਜਾਂ ਤਾਂ ਤੁਸੀਂ ਸਿੰਪਲੀ ਸਾਰੀਆਂ ਸਾਈਡਸ ਨੂੰ ਪਲੱਸ ਕਰ ਦਿਓ, ਸਾਰੀਆਂ ਸਾਈਡਸ ਨੂੰ ਪਲੱਸ ਮਤਲਬ 30 + 40 + 30 + 30 + 40, ਇਹਨਾਂ ਸਾਰਿਆਂ ਨੂੰ ਪਲੱਸ ਕਰ ਦਿਓ ਤਾਂ ਵੀ ਥੋੜਾ ਡਿਸਟੈਂਸ ਆ ਜਾਊਗਾ, ਠੀਕ ਹੈ। ਅਗਰ ਤੁਸੀਂ ਪੈਰੀਮੀਟਰ ਆਫ ਰੈਕਟੈਂਗਲ ਲਾਣਾ ਹੈ, ਪੈਰੀਮੀਟਰ ਆਫ ਰੈਕਟੈਂਗਲ ਤਾਂ ਉਹ ਵੀ ਲਗਾ ਸਕਦੇ ਹੋ। ਉਹ ਕਿੰਨਾ ਹੁੰਦਾ 2 × L + B, 2 × ਲੈਂਥ ਕਿੰਨੀ ਆਪਣੇ ਕੋਲ 40, ਬ੍ਰੈਡਥ ਕਿੰਨੀ ਆਪਣੇ ਕੋਲ 30, ਤਾਂ ਇੱਦਾਂ ਵੀ ਲਾ ਸਕਦੇ ਹਾਂ 2 × 70 ਦੈਟ ਇਜ਼ 140 ਮੀਟਰ। ਇੱਧਰ ਵੀ ਦੇਖ ਲਓ ਕਿੰਨਾ ਹੋਊਗਾ 4 5 6 7 8 9 10 10 ਤੇ 4 14 140 ਮੀਟਰ। ਤਾਂ ਕੋਈ ਮਰਜ਼ੀ ਫਾਰਮੂਲਾ ਯੂਜ਼ ਕਰ ਲਓ, ਆਪਣੇ ਕੋਲ ਸੇਮ ਹੀ ਆਂਸਰ ਆਊਗਾ, ਠੀਕ ਹੈ। ਅਗਰ ਨਹੀਂ ਸਮਝ ਲੱਗਦੀ ਕਿਹੜਾ ਫਾਰਮੂਲਾ ਯੂਜ਼ ਕਰਨਾ ਹੈ ਤਾਂ ਸਾਰੀਆਂ ਸਾਈਡਸ ਦਾ ਪਲੱਸ ਕਰ ਦਿਆ ਕਰੋ ਤਾਂ ਵੀ ਆਂਸਰ ਸਹੀ ਆ ਜਾਊਗਾ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਡਿਸਟੈਂਸ ਇਜ਼ ਅ ਸਕੇਲਰ ਕੁਆਂਟਿਟੀ। ਪਹਿਲਾਂ ਤਾਂ ਦੇਖ ਲਓ ਡਿਫਰੈਂਸ ਕੀ ਹੈ, ਸਕੇਲਰ ਅਤੇ ਵੈਕਟਰ ਕੁਆਂਟਿਟੀ ਵਿੱਚ ਡਿਫਰੈਂਸ ਕੀ ਹੁੰਦਾ। ਇਹ ਤੁਹਾਡੇ ਹਾਇਰ ਕਲਾਸਿਸ ਵਿੱਚ ਵੀ ਹੈਲਪਫੁਲ ਹੋਊਗਾ, ਸਕੇਲਰ ਅਤੇ ਵੈਕਟਰ ਕੁਆਂਟੀਜ਼ ਕਿਹੜੀਆਂ ਹੁੰਦੀਆਂ। ਸਕੇਲਰ ਕੁਆਂਟਿਟੀ ਉਹ ਵਾਲੀ ਕੁਆਂਟਿਟੀ ਹੈ ਜਿਹਦੇ ਵਿੱਚ ਇਕੱਲਾ ਮੈਗਨੀਟਿਊਡ ਆਪਾਂ ਦੇਖਦੇ ਹਾਂ, in which only magnitude is considered but not direction, not direction। ਜਿਵੇਂ ਫੋਰ ਐਗਜ਼ਾਮਪਲ ਇੱਕ ਬॉय ਹੈ, ਉਹਨੇ ਕੀ ਹੈ A ਤੋਂ ਲੈ ਕੇ ਆਹ D ਪੁਆਇੰਟ ਤੱਕ ਮੂਵ ਕਰਨਾ, ਠੀਕ ਹੈ। ਉਹਨੇ A ਤੋਂ D ਤੱਕ ਮੂਵ ਕਰਨਾ, ਉਹਨੇ 40 ਮੀਟਰ ਮੂਵ ਕੀਤਾ। ਉਹ ਕਹਿੰਦੇ ਕਿ ਪੂਰਾ ਡਿਸਟੈਂਸ ਉਹਨੇ 40 ਮੀਟਰ ਮੂਵ ਕੀਤਾ, ਬਸ ਡਿਸਟੈਂਸ ਮੂਵ ਕੀਤਾ 40 ਮੀਟਰ। ਇੱਥੇ 40 ਕੀ ਆ ਜਾਊਗਾ ਆਪਣਾ ਸਕੇਲਰ, ਵੀ ਇਹ ਚੀਜ਼ ਸਕੇਲਰ ਦੱਸਦੀ ਪਈ ਹੈ, ਸਕੇਲਰ ਕੀ ਨਿਊਮੈਰੀਕਲ ਵੈਲਿਊ ਕਿੰਨੀ ਹੈ ਇਹਦੀ। ਬਟ ਇੱਦਾਂ ਨਹੀਂ ਦੱਸਿਆ ਕਿ ਕਿਹੜੀ ਡਾਇਰੈਕਸ਼ਨ 'ਚ ਮੂਵ ਕੀਤਾ ਉਹਨੇ, ਆਪਾਂ ਨੂੰ ਇਹ ਨਹੀਂ ਦੱਸਦੇ ਡਿਸਟੈਂਸ ਵਿੱਚ, ਡਾਇਰੈਕਸ਼ਨ ਨਹੀਂ ਦੱਸਦੇ, ਸਿਰਫ ਆਪਾਂ ਦੱਸਦੇ ਕਿ ਹਾਂ 40 ਮੀਟਰ ਕੀਤਾ, 30 ਮੀਟਰ ਕੀਤਾ, ਜਾਂ 20 ਜਾਂ 10 ਮੀਟਰ ਕੀਤਾ, ਠੀਕ ਹੈ। ਤਾਂ ਜਿਹਦੇ ਵਿੱਚ ਆਪਾਂ ਨੂੰ ਮੈਗਨੀਟਿਊਡ ਤਾਂ ਦੱਸਤਾ ਕਿ ਉਹਨੇ 40 ਮੀਟਰ ਮੂਵ ਕੀਤਾ, ਬਟ ਡਾਇਰੈਕਸ਼ਨ ਨਹੀਂ ਦੱਸੀ, ਡਾਇਰੈਕਸ਼ਨ ਡਿਸਟੈਂਸ ਦੱਸਦੇ ਹੀ ਨਹੀਂਗੇ, ਤਾਂ ਉਹ ਵਾਲੀ ਕਿਹੜੀ ਚੀਜ਼ ਹੋਊਗੀ ਸਕੇਲਰ ਕੁਆਂਟੀਟੀਜ਼। ਦੂਜੀ ਆ ਗਈ ਆਪਣੇ ਕੋਲ ਵੈਕਟਰ ਕੁਆਂਟਿਟੀ। ਵੈਕਟਰ ਕੁਆਂਟਿਟੀ ਜਿਵੇਂ ਡਿਸਪਲੇਸਮੈਂਟ, ਡਿਸਪਲੇਸਮੈਂਟ ਕਰਵਾਇਆ ਸੀ ਨਾ। ਡਿਸਪਲੇਸਮੈਂਟ ਕੀ ਹੈ, ਮੰਨ ਲਓ ਹੁਣ ਉਹਨੇ ਉਵੇਂ A ਤੋਂ D ਤੱਕ ਆਉਣਾ ਹੈ, ਜਾਂ ਉਹਨੇ A ਤੋਂ ਇੱਥੇ C ਤੱਕ ਜਾਣਾ ਹੈ, ਸ਼ਾਰਟਕਟ ਮਾਰਨਾ ਉਹਨੇ A ਤੋਂ C ਜਾਣਾ ਹੈ। ਓਬਵੀਅਸ ਹੈ ਜੇ ਉਹ A ਤੋਂ C ਆਹੀ ਡਾਇਰੈਕਸ਼ਨ 'ਚ ਆਊਗਾ ਤਾਂ ਹੀ ਉਹ ਪਹੁੰਚ ਸਕਦਾ C ਤੱਕ। ਜੇ ਉਹ ਗਲਤੀ ਨਾਲ ਆਪੋਜ਼ਿਟ ਡਾਇਰੈਕਸ਼ਨ 'ਚ ਤੁਰਨਾ ਸ਼ੁਰੂ ਕਰਤਾ ਉਹਨੇ, ਫਿਰ ਤਾਂ ਗਲਤ ਚੀਜ਼ ਪਹੁੰਚ ਗਿਆ ਨਾ। ਤਾਂ ਜਿਹਦੇ ਵਿੱਚ ਮੈਗਨੀਟਿਊਡ ਵੀ ਵੇਰੀ ਕਰਦਾ, ਮੈਗਨੀਟਿਊਡ ਤਾਂ ਵੇਖਣਾ ਹੀ ਵੇਖਣਾ ਹੈ ਵੀ ਕਿੰਨਾ ਮੀਟਰ ਮੂਵ ਕਰੂਗਾ, ਪਲੱਸ ਨਾਲ ਡਾਇਰੈਕਸ਼ਨ ਵੀ ਬਹੁਤ ਜ਼ਰੂਰੀ ਹੈ, ਪਲੱਸ ਨਾਲ ਡਾਇਰੈਕਸ਼ਨ ਵੀ ਜ਼ਰੂਰੀ ਹੈ ਵੀ ਕਿੱਧਰ ਨੂੰ ਜਾ ਰਿਹਾ, ਤਾਂ ਉਹ ਵਾਲੀ ਚੀਜ਼ ਕਿਹੜੀ ਹੁੰਦੀ ਹੈ ਵੈਕਟਰ ਕੁਆਂਟਿਟੀ। ਤਾਂ ਸਕੇਲਰ ਕੁਆਂਟਿਟੀ ਕੀ ਹੋਗੀ, ਦ ਕੁਆਂਟੀਜ਼ ਇਨ ਵਿਚ ਓਨਲੀ ਮੈਗਨੀਟਿਊਡ ਇਜ਼ ਦੇਅਰ ਬਟ ਨੋ ਡਾਇਰੈਕਸ਼ਨ, that is a scalar quantity, for example distance। But vector quantities are those quantities in which magnitude as well as directions are considered, that are vector quantity, for example displacement। Now clear na? Next आ गया अपने कोल ਜਿਹੜਾ distance है, distance ਕਦੇ ਵੀ negative नहीं हो सकता। डिस्टेंस ਨੂੰ ਕਦੇ ਵੀ ਆਪਾਂ ਨੈਗੇਟਿਵ ਨਹੀਂ ਲਾਵਾਂਗੇ, ਡਿਸਟੈਂਸ ਹਮੇਸ਼ਾ ਪੋਜ਼ੀਟਿਵ ਹੋਊਗਾ, ਠੀਕ ਹੈ। ਡਿਸਟੈਂਸ ਹਮੇਸ਼ਾ ਪੋਜ਼ੀਟਿਵ, ਡਿਸਟੈਂਸ ਮਤਲਬ ਕੋਈ ਨਾ ਕੋਈ ਕਿਧਰ ਦਾ ਕੋਈ ਚੀਜ਼ ਮੂਵ ਕਰੂਗੀ ਹੀ, ਕਦੇ ਨੈਗੇਟਿਵ 'ਚ ਡਿਸਟੈਂਸ ਨਹੀਂ ਹੋ ਸਕਦਾ। ਬਟ ਜਿਹੜੀ ਡਿਸਪਲੇਸਮੈਂਟ ਹੈ, ਡਿਸਪਲੇਸਮੈਂਟ ਵੇਖੋ, ਮੰਨ ਲਓ ਇੱਕ ਬੋਡੀ ਹੈ, ਉਹਨੇ A ਪੁਆਇੰਟ ਤੋਂ ਸ਼ੁਰੂ ਕਰਕੇ ਵਾਪਸ A 'ਤੇ ਹੀ ਆ ਗਿਆ, A ਤੋਂ ਸ਼ੁਰੂ ਕਰਕੇ ਵਾਪਸ A 'ਤੇ ਹੀ ਆ ਗਿਆ, ਤਾਂ ਉਹਦੇ ਕੇਸ 'ਚ ਡਿਸਪਲੇਸਮੈਂਟ 0 ਹੈ। ਡਿਸਪਲੇਸਮੈਂਟ 0 ਮਤਲਬ ਉਹਨੇ ਕੋਈ ਪਾਥ ਨਹੀਂ ਕਵਰ ਕੀਤਾ,
वापस घूम घुमा के उत्थे ही आ गया। बट डिस्टेंस की है, मान लो ए तो ए तक ही आ गया। ए तो ए तक आने का मतलब की है, देखो वो पहला ए तो बी गया 2 मीटर च, फिर बी तो सी गया 3 मीटर च, फिर 4 मीटर च, फिर 5 मीटर च। तो टोटल कितना कवर करके आया? 2 + 3 5, 5 + 4 9, 9 + 5 14। तो टोटल 14 मीटर कवर करके आया इत्थे। बट डिसप्लेसमेंट जे वो चीज़ उत्थों मुड़ के उत्थे ही आ जाए तो ਉਹਦੀ डिसप्लेसमेंट हमेशा 0 ਹੁੰਦੀ है। ठीक है, डिस्टेंस कदे भी 0 नहीं ਹੁੰਦਾ, बट डिसप्लेसमेंट 0 हो सकती है। ओके, तो नैक्सट टॉपिक अपने को आ गया डिस्टेंस कवर्ड इज़ अ टोटल लेंथ ऑफ मोशन एंड इंडिपेंडेंट ऑफ द डायरैक्शन। ये बंदा नॉलेज दस चुके हैं कि डिस्टेंस मतलब कि ਹੁੰਦਾ टोटल पाथ किसी बॉडी ने कितना कवर किया है तो वो डायरैक्शन पर डिपेंड नहीं करता, भी डायरैक्शन किधर ਨੂੰ ਆ ਉਹ 'ਤੇ डिपेंड नहीं करता। ये मैं ऑलरेडी दसता डिस्टेंस डिसप्लेसमेंट की होंगे। नैक्सट टॉपिक आ गया अपने को स्पीड ऑफ अ मूविंग ऑब्जेक्ट, भी स्पीड की होंगी है। स्पीड अगर आप देखिए आप फार्मूला भी किया हुआ है, स्पीड इज़ इक्वल्स टू डिस्टेंस ओवर टाइम। स्पीड मतलब होंगे है कि किसी ऑब्जैक्ट ने कितना डिस्टेंस कवर किया है तो किन्ने टाइम दे विच कवर किया है, उन्होंने कहांगे कि उसकी स्पीड कितनी है। स्पीड इज़ डिफाइंड एज अ डिस्टेंस ट्रैवल्ड पर यूनिट टाइम, दैट इज़ अ स्पीड ऑफ मूविंग ऑब्जेक्ट। आ फॉर्मूला तो मैं दस चुकी हैं, स्पीड इज़ इक्वल टू डिस्टेंस ओवर टाइम। ये लर्न करना न्यूमेरिकल्स आएंगे दे रिलेटेड। हुण आपां करना है एस आई यूनिट ऑफ स्पीड। आपां नूं पता है स्पीड इज़ इक्वल टू डिस्टेंस ओवर टाइम। एस आई यूनिट कड्ढण लई की करिए, पहले एस आई यूनिट डिस्टेंस की वेख लीए। एस आई यूनिट डिस्टेंस की होंदी है मीटर, टाइम की होंदी है सैकेंड। तो स्पीड की एस आई यूनिट की होगी मीटर पर सैकेंड। देखो मीटर पर सैकेंड, तो एस आई यूनिट आ गई मीटर पर सैकेंड। तो जिहड़ियां आपां अदर यूनिट्स यूज़ करते हैं, अदर आप यूज़ कर सकते हैं किलोमीटर पर आवर। ठीक है, होर आप किहड़ी यूज़ कर सकते हैं सेंटीमीटर पर सैकेंड, मिलीमीटर पर सैकेंड। ये वाली की अदर यूनिट्स है जिहड़ियां आप यूज़ कर सकते हैं। ठीक है, नैक्सट आ गया अपने को स्पीडोमीटर। स्पीडोमीटर की है, अपनी कार तुसीं देखिया होगा इदां दी चीज़ लगी हुंदी है, आह वाली चीज़ लगी हुंदी है कार्स दे विच। ਇਹਦਾ मतलब ਕੀ है कि ਜਿਹੜੀ ਚੀਜ਼ ਆਪਾਂ ਨੂੰ स्पीड मैजर ਕਰਨ ਲਈ ਹੈਲਪਫੁਲ ਹੋਵੇ। ਕੋਈ ਵੀ ਮੋਟਰਸਾਈਕਲ ਵਿੱਚ ਜਾਂ ਕਾਰਸ ਵਿੱਚ ਦੇਖੋ ਇੱਦਾਂ ਦੀ ਚੀਜ਼ ਲੱਗੀ ਹੁੰਦੀ ਹੈ। ਇਹ ਚੀਜ਼ ਕੀ ਹੈ, ਇੰਸਟਰੂਮੈਂਟ ਕੀ ਹੈ, ਕਾਰ ਉਹਦਾ ਸਪੀਡ ਆਫ ਦਾ ਕਾਰ ਨੂੰ ਇੱਕ ਪਰਟੀਕੂਲਰ ਇਨਸਟੈਂਟ ਟਾਈਮ 'ਤੇ ਮੈਜਰ ਕਰ ਦਿੰਦਾ ਹੈ ਅਤੇ ਉਹਨੂੰ ਆਪਾਂ ਬੋਲਦੇ ਹਾਂ ਸਪੀਡੋਮੀਟਰ। ਆਹ ਸਪੀਡੋਮੀਟਰ ਹੈ ਦੋਨੋਂ। ਸਪੀਡੋਮੀਟਰ ਇਜ਼ ਫਿਟਡ ਇਨ ਕਾਰ ਐਜ਼ ਵੈਲ ਐਜ਼ ਇਨ ਮੋਟਰ ਬਾਈਕ। ਇਟ ਮੈਜਰ ਦਾ ਸਪੀਡ। ਕੀ ਕਰਦਾ ਸਪੀਡੋਮੀਟਰ? ਸਪੀਡ ਨੂੰ ਮੈਜਰ ਕਰਦਾ ਹੈ ਐਟ विच कार और बाइक इज़ रनिंग एट अ पर्टिकुलर इंस्टेंट ऑफ टाइम। मान लो मैं 5 सैकेंड बाद तुरंत वेखना है कि मेरी स्पीड कितनी है कार की, तो इंस्टेंट विखा दूगा कि तेरी 5 सैकेंड बाद इन्नी स्पीड चल रही है, तेरी हुण इन्नी स्पीड चल रही है। ठीक है, नैक्सट आ गया अपने को हाउ टू कैलकुलेट स्पीड। ये मैं तुहानूं ऑलरेडी दस चुकी हैं कि फॉर्मूला होंदा स्पीड इज़ इक्वल डिस्टेंस ओवर टाइम। स्पीड नूं आपां वी नाल भी डिनोट कर सकते हैं, डिस्टेंस नूं आपां एस नाल भी कर सकते हैं, टाइम नूं टी नाल ही करना है। ठीक है, तो नैक्सट आ गया अपने को एवरेज स्पीड। एवरेज स्पीड का मतलब की होंदा है कि जिहड़ी स्पीड है कोई भी ऑब्जैक्ट की वो की पोजीशन टू पोजीशन वेरी करती है। मान लो हुण स्पीड हैगी इत्थे 5 मीटर पर सैकेंड की, इत्थे स्पीड हैगी है 10 मीटर पर सैकेंड, इत्थे आके 40 मीटर पर सैकेंड हो गई। तो अकॉर्डिंग टू ट्रैफिक कंडीशनस, जो ट्रैफिक बिल्कुल नहीं हैगा तो बहुत स्पीड नाल भी चल जाती है गड्डी, जी ट्रैफिक काफ़ी ज़्यादा तो बहुत घट भी जाती है स्पीड। ठीक है, तो जी स्पीड है वो वेरी टू वेरी मतलब वो डिपेंड टू पोजीशन डिपेंड करती है कितनी होगी। तो ये वाली कंडीशन के विच यूजली आपां एवरेज स्पीड यूज़ करते हैं। एवरेज स्पीड की होंदा देखो कि टोटल डिस्टेंस एक बॉडी ने कितना ट्रैवल किया तो किन्ने टाइम दे विच किया। मान लो मैं आह वाली एग्जाम्पल लई सी कि उन्हें आह वाला डिस्टेंस ट्रैवल किया, टाइम मान लो उन्हें 10 मिनट्स लाते सारा कुछ डिस्टेंस ट्रैवल करने, या तुसीं कह लो 10 मिनट्स में आप लिख सकते हैं, या तुसीं इत्थे लिख लो 200 सैकेंड लाते उन्हें फॉर एग्जाम्पल। ठीक है, 200 सैकेंड लाते तो ये एवरेज स्पीड की आऊगी, एवरेज स्पीड की आ जाऊगी टोटल डिस्टेंस कितना ट्रैवल किया
ਟੋਟਲ ਡਿਸਟੈਂਸ ਮੰਨ ਲਓ ਵੇਖ ਲਓ, ਤੇ ਪਹਿਲਾਂ 5 ਮੀਟਰ ਮੂਵ ਕੀਤਾ, ਇਹਦੇ ਸਪੀਡ ਰਹਿਣ ਦਿਓ ਤੇ ਡਿਸਟੈਂਸ ਲੈ ਲਓ ਵੀ ਪਹਿਲਾਂ ਉਹਨੇ ਟੋਟਲ ਡਿਸਟੈਂਸ ਪਹਿਲਾਂ 5 ਮੀਟਰ ਮੂਵ ਕੀਤਾ, ਫਿਰ 10 ਮੀਟਰ ਮੂਵ ਕੀਤਾ, ਫਿਰ 40 ਮੀਟਰ ਮੂਵ ਕੀਤਾ, ਠੀਕ ਹੈ। ਤਾਂ ਫਸਟ 5 ਮੀਟਰ ਕੀਤਾ, ਸਾਰਿਆਂ ਨੂੰ ਪਲੱਸ ਕਰ ਦਿਓ, ਟੋਟਲ ਡਿਸਟੈਂਸ ਓਵਰ ਟੋਟਲ ਟਾਈਮ ਟੇਕਨ, ਠੀਕ ਹੈ। ਇਹਨਾਂ ਨੂੰ ਪਲੱਸ ਕਰ ਦਿਓ, 50 55 ਓਵਰ 200, ਤਾਂ ਇਹ ਵਾਲਾ ਆਪਣੇ ਕੋਲ ਆਨਸਰ ਆ ਜਾਊਗਾ ਐਵਰੇਜ ਸਪੀਡ ਦਾ, ਵੀ ਟੋਟਲ ਡਿਸਟੈਂਸ ਇੱਕ ਬਾਡੀ ਨੇ ਕਿੰਨਾ ਕਵਰ ਕੀਤਾ ਅਤੇ ਕਿੰਨੇ ਟਾਈਮ ਵਿੱਚ ਕੀਤਾ, ਉਹ ਐਵਰੇਜ ਸਪੀਡ ਆ ਜੂਗੀ। ਹੁਣ ਆਪਣੇ ਕੋਲ ਐਗਜ਼ਾਮਪਲ ਹੈ, ਐਨ ਐਥਲੀਟ ਕਵਰ ਅ ਡਿਸਟੈਂਸ ਆਫ 100 ਮੀਟਰ। ਐਥਲੀਟ ਨੇ ਡਿਸਟੈਂਸ ਕਵਰ ਕੀਤਾ 100 ਮੀਟਰ, ਕਿੰਨੇ ਟਾਈਮ 'ਚ ਕੀਤਾ? 10 ਸੈਕਿੰਡ ਵਿੱਚ ਕੀਤਾ, 10 ਸੈਕਿੰਡ 'ਚ ਡਿਸਟੈਂਸ ਕਵਰ ਕੀਤਾ। ਸਪੀਡ ਲੱਭੋ ਕਹਿੰਦੇ, ਸਪੀਡ ਕੀ ਹੁੰਦੀ ਹੈ ਆਪਣੇ ਕੋਲ? ਡਿਸਟੈਂਸ ਓਵਰ ਟਾਈਮ। ਵੈਲਿਊ ਪੁੱਟ ਕਰ ਦਿਓ, ਸਪੀਡ ਡਿਸਟੈਂਸ ਕਿੰਨਾ ਹੈ 100 ਓਵਰ ਟਾਈਮ ਕਿੰਨਾ ਹੈ 10, 0 ਨਾਲ 0 ਕੱਟ ਕਰ ਦਿਓ, ਸਪੀਡ ਕਿੰਨੀ ਆ ਜਾਊਗੀ 10 ਮੀਟਰ ਪਰ ਸੈਕਿੰਡ। ਮਤਲਬ ਜਿਹੜਾ ਉਹ ਐਥਲੀਟ ਹੈ ਉਹ 10 ਮੀਟਰ ਪਰ ਸੈਕਿੰਡ ਨਾਲ ਭੱਜ ਰਿਹਾ, ਠੀਕ ਹੈ। ਇਹ ਸਾਰਾ ਐਕਸਪਲੇਨੇਸ਼ਨ ਹੈ, ਇਹ ਆਪਾਂ ਕਰ ਚੁੱਕੇ ਹਾਂ। ਨੈਕਸਟ ਆ ਗਿਆ ਆਪਣੇ ਕੋਲ, ਰੋਬਰਟ ਇਜ਼ ਡਰਾਈਵਿੰਗ ਅ ਮੋਟਰ ਬਾਈਕ ਔਨ ਅ ਹਾਈਵੇ, ਹੀ ਕਵਰਸ 30 ਕਿਲੋਮੀਟਰ ਇਨ ਫਸਟ ਆਰ। ਪਹਿਲੇ 1 ਆਰ ਦੇ ਵਿੱਚ ਉਹਨੇ 30 ਕਿਲੋਮੀਟਰ ਕਵਰ ਕੀਤਾ, 50 ਕਿਲੋਮੀਟਰ ਇਨ ਸੈਕਿੰਡ ਆਰ। ਸੈਕਿੰਡ ਆਰ ਦੇ ਵਿੱਚ ਅਗਲੇ 1 ਆਰ ਵਿੱਚ ਉਹਨੇ 50 ਕਿਲੋਮੀਟਰ ਕੀਤਾ। ਸੈਕਿੰਡ ਆਰ ਦਾ ਕਹਿਣ ਦਾ ਮਤਲਬ ਕੀ ਹੈ ਕਿ ਪਹਿਲੇ ਤੋਂ ਅਗਲੇ ਆਰ 'ਚ, ਸੈਕਿੰਡ ਆਰ 'ਚ ਮਤਲਬ ਪਹਿਲੇ ਅਗਲੇ ਆਰ 'ਚ। ਨੈਕਸਟ ਉਹਨਾਂ ਨੇ ਕਿਹਾ 85 ਕਿਲੋਮੀਟਰ ਇਨ ਥਰਡ ਆਰ ਮਤਲਬ ਅਗਲੇ ਅਗੇਨ 1 ਆਰ 'ਚ ਉਹਨੇ ਕਿੰਨਾ ਕੀਤਾ 85। ਤਾਂ ਆਪਾਂ ਉਹਦੀ ਕੀ ਕੱਢਣੀ ਹੈ ਹੁਣ? ਆਪਾਂ ਐਵਰੇਜ ਸਪੀਡ ਕੱਢਣੀ ਹੈ। ਤਾਂ ਐਵਰੇਜ ਸਪੀਡ ਕੀ ਆ ਜੂਗੀ? ਐਵਰੇਜ ਸਪੀਡ ਆਪਾਂ ਨੂੰ ਪਤਾ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ ਟੇਕਨ, ਟੋਟਲ ਡਿਸਟੈਂਸ ਓਵਰ ਟੋਟਲ ਟਾਈਮ ਟੇਕਨ। ਤਾਂ ਇਹਨੂੰ ਡਿਵਾਈਡ ਕਰ ਦਿਓ, ਸਿੰਪਲ ਹੀ ਹੈ, ਦੇਖੋ ਕਿਵੇਂ। ਪਹਿਲਾਂ ਨੂੰ ਪਲੱਸ ਕਰੀਏ, ਇੱਥੇ ਆ ਜਾਊਗਾ 5 165/3। ਤਾਂ 165/3 ਨੂੰ ਅਗਰ ਪੁਆਇੰਟਸ ਕਰਨਾ ਤਾਂ ਪੁਆਇੰਟਸ ਕਰ ਲਓ, ਵਰਨਾ ਇੱਦਾਂ ਹੀ ਸਿੰਪਲੀ ਵੀ ਆਨਸਰ ਆ ਜਾਊਗਾ, ਠੀਕ ਹੈ। ਤਾਂ ਇਹ ਆਪਣੇ ਕੋਲ ਆ ਗਿਆ ਆਨਸਰ ਐਵਰੇਜ ਸਪੀਡ ਦਾ। ਇਹਨੂੰ ਅਗਰ ਸੋਲਵ ਕਰਨਾ ਤਾਂ ਸੋਲਵ ਵੀ ਕਰ ਸਕਦੇ ਹਾਂ, ਕਿੰਨਾ ਜੂਗਾ 55 ਕਿਲੋਮੀਟਰ ਪਰ ਆਰ। ਇਹਨੂੰ ਕੱਟ ਕਰ ਲਿਓ ਉੱਪਰ ਨੀਚੇ। ਤਾਂ ਨੈਕਸਟ ਟੌਪਿਕ ਆਪਣੇ ਕੋਲ ਆ ਗਿਆ ਵੇਟ। ਇਹ ਮੈਂ ਆਲਰੇਡੀ ਸੋਲਵ ਕਰ ਚੁੱਕੀ ਹਾਂ। ਵੇਟ ਆਫ ਐਨ ਆਬਜੈਕਟ, ਵੇਟ ਹੁੰਦਾ ਹੈ ਕਿ ਮੰਨ ਲਓ ਆਪਣੇ ਕੋਲ ਕੋਈ ਵੀ ਬਾਡੀ ਹੈ, ਉਹ ਬਾਡੀ ਜਿਹੜੀ ਅਰਥ ਦੇ ਦੁਆਰਾ ਅਟਰੈਕਟ ਹੁੰਦੀ ਹੈ। ਆਪਾਂ ਨੂੰ ਪਤਾ ਹਰੇਕ ਚੀਜ਼ ਹੈ ਜਿਹੜੀ ਉਹ ਅਰਥ ਦੇ ਦੁਆਰਾ ਨੀਚੇ ਅਟਰੈਕਟ ਹੁੰਦੀ ਹੈ। ਈਵਨ ਦੋ ਆਪਣੀ ਬਾਡੀ ਵੀ ਅਰਥ ਦੁਆਰਾ ਅਟਰੈਕਟ ਹੁੰਦੀ ਹੈ, ਜਿਹਨੂੰ ਆਪਾਂ ਗ੍ਰੈਵੀਟੇਸ਼ਨਲ ਫੋਰਸ ਵੀ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਕੋਈ ਵੀ ਆਬਜੈਕਟ ਹੈ ਜਿਹੜਾ ਉਹ ਜਿਹੜੀ ਫੋਰਸ ਨਾਲ ਅਰਥ ਦੁਆਰਾ ਅਟਰੈਕਟ ਹੁੰਦਾ, ਉਹਨੂੰ ਆਪਾਂ ਵੇਟ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਵੇਟ ਆਫ ਐਨ ਆਬਜੈਕਟ ਇਜ਼ ਅ ਫੋਰਸ ਵਿਦ ਵਿਚ ਅਰਥ ਅਟਰੈਕਟਸ ਇਟ। ਵੀ ਕਿੰਨੀ ਫੋਰਸ ਦੇ ਨਾਲ ਜਿਹੜਾ ਅਰਥ ਹੈ ਉਹਨੇ ਇਸ ਆਬਜੈਕਟ ਨੂੰ ਆਪਦੇ ਵੱਲ ਖਿੱਚਣਾ ਸ਼ੁਰੂ ਕੀਤਾ ਹੋਇਆ, ਤਾਂ ਉਹਨੂੰ ਆਪਾਂ ਵੇਟ ਆਫ ਆਬਜੈਕਟ ਕਹਿ ਦਿੰਦੇ ਹਾਂ। ਅਤੇ ਜਾਂ ਫੋਰਸ ਆਫ ਅਟਰੈਕਸ਼ਨ ਨੂੰ ਆਪਾਂ ਗ੍ਰੈਵਿਟੀ ਵੀ ਕਹਿ ਦਿੰਦੇ ਹਾਂ। ਇਹ ਤਾਂ ਹੋ ਗਿਆ ਵੇਟ। ਮਾਸ ਕੀ ਹੁੰਦਾ? ਮੰਨ ਲਓ ਆਪਣੇ ਕੋਲ ਕੋਈ ਵੀ ਆਬਜੈਕਟ ਹੈ, ਇਸ ਆਬਜੈਕਟ ਦੇ ਵਿੱਚ ਕਿੰਨੇ ਨੰਬਰ ਆਫ ਕੁਆਂਟਿਟੀ ਆਫ ਮੈਟਰ ਕਿੰਨਾ, ਕਿੰਨੇ ਐਟਮਸ ਲੱਗੇ ਹੋਏ ਆ, ਕੁਆਂਟਿਟੀ ਆਫ ਮੈਟਰ ਕੰਟੇਨਡ ਇਨ ਅ ਸਬਸਟੈਂਸ, ਉਹਨੂੰ ਆਪਾਂ ਕਹਿੰਦੇ ਹਾਂ ਮਾਸ, ਠੀਕ ਹੈ। ਇਹ ਹੋ ਗਿਆ ਮਾਸ ਅਤੇ ਇਹ ਹੋ ਗਿਆ ਵੇਟ। ਜਿਹੜਾ ਮਾਸ ਹੈ ਉਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਕਿ ਤੁਸੀਂ ਐਟਮ ਇੱਕ ਸਬਸਟੈਂਸ ਦੇ ਵਿੱਚੋਂ ਐਟਮ ਨੂੰ ਕੱਢ ਕੇ ਬਾਹਰ ਰੱਖ ਲਓਗੇ, ਇੱਕ ਬੁੱਕ ਦੇ ਵਿੱਚੋਂ ਐਟਮ ਨੂੰ ਬਾਹਰ ਕੱਢ ਕੇ ਦਿਖਾਓ, ਨਹੀਂ ਨਿਕਲਣਾ ਨਾ। ਤਾਂ ਮਾਸ ਕਦੇ ਚੇਂਜ ਨਹੀਂ ਹੁੰਦਾ, ਡੂ ਨਾਟ ਚੇਂਜ। ਮਾਸ ਨੂੰ ਆਪਾਂ ਕਦੇ ਚੇਂਜ ਨਹੀਂ ਕਰ ਸਕਦੇ, ਠੀਕ ਹੈ। ਬਟ ਵੇਟ ਹੈ ਜਿਹੜਾ ਉਹ ਜਿਵੇਂ ਮੂਨ 'ਤੇ ਵੇਟ ਗ੍ਰੈਵੀਟੇਸ਼ਨਲ ਫੋਰਸ ਘੱਟ ਜਾਂਦੀ ਹੈ, ਤਾਂ ਵੇਟ ਪਲੇਸ ਟੂ ਪਲੇਸ ਚੇਂਜ ਹੋ ਸਕਦਾ, ਠੀਕ ਹੈ। ਮਾਸ ਚੇਂਜ ਨਹੀਂ ਹੋ ਸਕਦਾ। ਮਾਸ ਕਦੇ ਵੀ ਜ਼ੀਰੋ ਨਹੀਂ ਹੁੰਦਾ, ਮਾਸ ਕੈਨ ਨਾਟ ਬੀ ਜ਼ੀਰੋ, ਕਿਉਂਕਿ ਕੋਈ ਨਾ ਕੋਈ ਕੁਆਂਟਿਟੀ ਆਫ ਮੈਟਰ ਦਾ ਸਬਸਟੈਂਸ 'ਚ ਹੁੰਦੀ ਹੋਈ ਹੈ। ਬਟ ਵੇਟ ਕਦੇ ਨਾ ਕਦੇ ਜ਼ੀਰੋ ਹੋ ਜਾਂਦਾ ਹੈ। ਕਦੇ ਜ਼ੀਰੋ ਹੋਊਗਾ? ਜਿੱਥੇ ਗ੍ਰੈਵੀਟੇਸ਼ਨਲ ਫੋਰਸ, ਜਿੱਥੇ ਗ੍ਰੈਵਿਟੀ ਜ਼ੀਰੋ ਹੋ ਜੂਗੀ। ਗ੍ਰੈਵਿਟੀ ਕਿੱਥੇ ਜ਼ੀਰੋ ਹੁੰਦੀ ਹੈ? ਮੂਨ ਸਰਫੇਸ 'ਤੇ। ਤਾਂ ਵੇਟ ਜ਼ੀਰੋ ਹੋ ਸਕਦਾ ਹੈ, ਬਟ ਮਾਸ ਕਦੇ ਵੀ ਜ਼ੀਰੋ ਨਹੀਂ ਹੋ ਸਕਦਾ। ਤੁਹਾਡਾ ਡਿਫਰੈਂਸ ਕਲੀਅਰ ਹੋ ਗਿਆ ਨਾ ਦੋਨਾਂ ਵਿੱਚ ਕੀ ਹੈ। ਹੋਰ ਪੁਆਇੰਟਸ ਕੀ ਹੈ ਕਿ ਜਿਹੜਾ ਮਾਸ ਹੈ ਉਹ ਆਪਣੇ ਕੋਲ ਸਕੇਲਰ ਕੁਆਂਟਿਟੀ ਹੈ।
ਮਾਸ ਸਕੇਲਰ ਮਤਲਬ ਕਿ ਕਿੰਨੀ ਕੁਆਂਟਿਟੀ ਆਫ ਮੈਟਰ ਸਬਸਟੈਂਸ ਪ੍ਰੈਜ਼ੈਂਟ ਹੈ, ਕਿੰਨਾ ਸਕੇਲਰ ਹੈ, ਕਿੰਨੀ ਮੈਗਨੀਟਿਊਡ ਪ੍ਰੈਜ਼ੈਂਟ ਹੈ। ਸਿਰਫ ਆਪਾਂ ਉਹੀ ਦੇਖਦੇ ਹਾਂ ਕਿਹੜੀ ਡਾਇਰੈਕਸ਼ਨ 'ਚ ਐਟਮਸ ਪਏ ਹੈ, ਆਪਾਂ ਨੂੰ ਉਹਦਾ ਕੋਈ ਮਤਲਬ ਨਹੀਂਗਾ। ਬਟ ਵੇਟ ਕੀ ਹੈ, ਵੈਕਟਰ ਕੁਆਂਟਿਟੀ ਹੈ। ਵੈਕਟਰ ਕੁਆਂਟਿਟੀ ਮਤਲਬ ਕਿ ਜਿਹੜਾ ਵੇਟ ਹੈ ਉਹ ਕਿੱਧਰ ਨੂੰ ਲੱਗ ਰਿਹਾ, ਉੱਪਰ ਨੂੰ ਲੱਗ ਰਿਹਾ ਕਿ ਨੀਚੇ ਨੂੰ ਲੱਗ ਰਿਹਾ, ਉਹ ਮਤਲਬ ਮੈਟਰ ਕਰਦਾ, ਠੀਕ ਹੈ। ਅਤੇ ਇਹ ਵੈਕਟਰ ਕੁਆਂਟਿਟੀ ਹੈ। ਨੈਕਸਟ ਆ ਗਿਆ ਕਿ ਮਾਸ ਨੂੰ ਮੈਜਰ ਕਰਨ ਲਈ ਆਪਾਂ ਬੀਮ ਬੈਲੈਂਸ ਜਾਂ ਫਿਜ਼ੀਕਲ ਬੈਲੈਂਸ ਯੂਜ਼ ਕਰ ਸਕਦੇ ਹਾਂ। ਮਾਸ ਨੂੰ ਮੈਜਰ ਕਰਨ ਲਈ ਬੀਮ ਬੈਲੈਂਸ ਜਾਂ ਫਿਜ਼ੀਕਲ ਬੈਲੈਂਸ ਯੂਜ਼ ਕਰ ਲਓ, ਅਤੇ ਵੇਟ ਨੂੰ ਮੈਜਰ ਕਰਨ ਲਈ ਆਪਾਂ ਸਪਰਿੰਗ ਬੈਲੈਂਸ ਯੂਜ਼ ਕਰਦੇ ਹਾਂ। ਵੇਟ ਨੂੰ ਮੈਜਰ ਕਰਨ ਲਈ ਸਪਰਿੰਗ ਬੈਲੈਂਸ। ਮਾਸ ਹੈ ਜਿਹੜਾ, ਉਹਦੀ SI ਯੂਨਿਟ ਹੁੰਦੀ ਹੈ ਕਿਲੋਗ੍ਰਾਮ। ਮਾਸ ਦੀ SI ਯੂਨਿਟ ਹੁੰਦੀ ਹੈ ਕਿਲੋਗ੍ਰਾਮ, ਵੇਟ ਦੀ SI ਯੂਨਿਟ ਕੀ ਹੁੰਦੀ ਹੈ, ਨਿਊਟਨ। ਵੇਟ ਦੀ SI ਯੂਨਿਟ ਨਿਊਟਨ, ਠੀਕ ਹੈ। ਇੱਥੋਂ ਤੱਕ ਆਪਣਾ ਟੌਪਿਕ ਸੀਗਾ। ਨੈਕਸਟ ਮਤਲਬ ਸਪਰਿੰਗ ਬੈਲੈਂਸ ਵਗੈਰਾ ਜਿਹੜਾ ਹੈਗਾ ਵੇਟ ਨੂੰ ਮੈਜਰ ਕਰਦਾ। ਜਿਵੇਂ ਵੇਟ ਮੈਜਰ ਕਰ ਰਿਹਾ, ਵੇਟ ਇੱਕ ਵੈਕਟਰ ਕੁਆਂਟਿਟੀ ਹੈ, ਠੀਕ ਹੈ। ਤਾਂ ਇਹ ਵਾਲੀ ਸਾਰੀ ਚੀਜ਼ ਹੈ, ਇਹ ਆਪਣੇ ਚੈਪਟਰ ਨੰਬਰ 2 ਮੋਸ਼ਨ ਦੇ ਵਿੱਚ। ਕਲੀਅਰ।